ਤੇ ਅਸੀਂ ਉਹਨਾਂ ਦੇ ਮਾਤਾ ਨੂੰ ਲੈਟਰ ਲਿਖਣ ਦਾ ਖਿਆਲ ਸਾਡੇ ਦਿਲ 'ਚ ਇਸ ਲਈ ਆਇਆ ਕਿ ਉਹ ਉਹਦੇ ਮਾਤਾ ਦੀ ਇੱਜ਼ਤ ਕਰਦੇ, ਉਹਦੇ ਮਾਤਾ ਦੀ ਗੱਲ ਜ਼ਰੂਰ ਮੰਨਣਗੇ। ਤਾਂ ਅਸੀਂ ਉਹਨਾਂ ਨੂੰ ਜਿਹੜਾ ਇਹ ਜ਼ਿਕਰ ਕੀਤਾ ਕਿ ਜਿਹੜੇ 3 ਕਾਲੇ ਕਾਨੂੰਨ ਪਾਸ ਕੀਤੇ ਗਏ ਮਾਤਾ ਜੀ, ਉਹ ਦੇਸ਼ ਵਾਸੀਆਂ ਦੇ ਜਿਹੜੇ ਹੈਗੇ ਲਈ ਲਾਹੇਵੰਦ ਨਹੀਂ ਗਏ, ਕਿ ਉਹਨਾਂ ਦਾ ਸਾਨੂੰ ਫਾਇਦਾ ਨਹੀਂ। ਤੇ ਤੁਸੀਂ ਪਲੀਜ਼ ਉਹਨਾਂ ਨੂੰ ਕਹੋ, ਕਿਉਂਕਿ ਮਾਂ ਤਾਂ ਆਪਦੇ ਬੱਚੇ ਦਾ ਕੰਨ ਫੜ ਕੇ ਵੀ ਹੁਕਮ ਦੇ ਸਕਦੀ ਹੈ। ਤੇ ਤੁਸੀਂ ਇਹ ਜਿਹੜੇ 3 ਕਾਲੇ ਕਾਨੂੰਨ ਰੱਦ ਕਰੋ ਤੇ ਜਿਹੜੀ ਜਨਤਾ ਉੱਥੇ ਅੱਜ ਅੰਦੋਲਨ ਵਿੱਚ ਪਰੇਸ਼ਾਨ ਹੈ ਉਹ ਆਪਦਾ ਘਰ ਵਾਪਸ ਖੁਸ਼ੀ-ਖੁਸ਼ੀ ਚਲੀ ਜਾਏ। ਇਹ ਹੁਣ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਇੱਕ ਲੋਕਤੰਤਰ ਦੇ ਪ੍ਰਾਈਮ ਮਿਨਿਸਟਰ ਨਹੀਂ ਰਹਿ ਗਏ, ਇਹ ਹੁਣ ਬਾਬਰ ਤੇ ਔਰੰਗਜ਼ੇਬ ਬਣ ਗਏ ਨੇ, ਜਿਹੜੇ ਸਾਡੇ ਤੇ ਫਰਮਾਨ ਜਾਰੀ ਕਰਦੇ ਨੇ। ਜਿਵੇਂ ਕਿ ਇਹਨਾਂ ਨੇ ਡੀਮੋਨੀਟਾਈਜੇਸ਼ਨ ਕੀਤੀ, GST ਲਾਗੂ ਕੀਤਾ, CA ਧਾਰਾ 370 ਤੇ ਹੁਣ 3 ਕਾਲੇ ਕਾਨੂੰਨ। ਇਹ ਕਿਸੇ ਵੀ ਕਾਨੂੰਨ ਦਾ ਸਾਡੇ ਕਿਸੇ ਦੇਸ਼ ਵਾਸੀ ਨੂੰ ਕੋਈ ਫਾਇਦਾ ਨਹੀਂ ਹੋਇਆ। ਇਹ ਜਿਹੜੇ ਮੋਦੀ ਜੀ ਹੈ, ਇਹ ਜਿਹੜਾ ਸਾਡਾ ਦੇਸ਼ ਹੈ ਪੂੰਜੀਪਤੀਆਂ ਨੂੰ ਦੇ ਦੇਣਾ ਚਾਹੁੰਦੇ ਆ। ਅਸੀਂ ਕਿਤੇ ਵੀ ਜਿਹੜੀ ਲੋਕਤੰਤਰ ਵਿੱਚ ਆਪਣੀ ਆਵਾਜ਼ ਰੱਖ ਸਕਦੇ ਹਾਂ, ਬਟ ਸਾਡੀ ਆਵਾਜ਼ ਨੂੰ BJP ਸਰਕਾਰ ਦੁਆਰਾ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਹ ਜਿਹੜੀ ਸਾਡੀ ਆਵਾਜ਼ ਹੈ ਉਹ ਕੋਈ ਵੀ ਨਹੀਂ ਦਬਾ ਸਕਦਾ, ਕਿਉਂਕਿ ਹੁਣ ਪੂਰਾ ਦੇਸ਼ ਇਕਜੁੱਟ ਹੋ ਚੁੱਕਾ ਹੈ ਤੇ ਅਸੀਂ ਜਿਹੜੇ ਸਾਰੇ ਦੇਸ਼ ਦੇ ਲੋਕ ਨੇ ਉਹ ਸਾਡੇ ਨਾਲ ਨੇ। ਜੇ ਸਾਡੀ ਸਰਕਾਰ ਗੱਲ ਨਹੀਂ ਸੁਣ ਰਹੀ ਤਾਂ ਸਾਨੂੰ ਆਪਣੇ ਲੋਕਾਂ ਵਿੱਚ ਜਾਣਾ ਚਾਹੀਦਾ, ਲੋਕਾਂ ਦੀ ਕਚਹਿਰੀ 'ਚ ਜਾਣਾ ਚਾਹੀਦਾ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਹਰ ਕੋਈ ਵੱਖਰੇ ਤਰੀਕੇ ਨਾਲ ਆਪਣਾ ਰੋਸ ਜ਼ਾਹਿਰ ਕਰਦਾ ਨਜ਼ਰ ਆ ਰਿਹਾ ਹੈ। ਹੁਣ ਫਿਰੋਜ਼ਪੁਰ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਆਗੂ ਹਰਪ੍ਰੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਨੂੰ ਇੱਕ ਚਿੱਠੀ ਲਿਖੀ ਹੈ, ਜਿਸ 'ਚ ਉਹਨਾਂ ਅਪੀਲ ਕੀਤੀ ਹੈ ਕਿ ਉਹ ਆਪਣੇ ਪੁੱਤਰ ਨੂੰ ਸਮਝਾਉਣ ਤਾਂ ਕਿ ਖੇਤੀ ਕਾਨੂੰਨ ਰੱਦ ਹੋ ਸਕਣ। ਨੌਜਵਾਨ ਨੇ ਚਿੱਠੀ 'ਚ ਲਿਖਿਆ ਹੈ ਕਿ ਮੈਂ ਬੜੀਆਂ ਆਸਾਂ ਨਾਲ ਇਹ ਚਿੱਠੀ ਲਿਖ ਰਿਹਾ। ਤੁਹਾਡੇ ਸੁਪੁੱਤਰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਉਹਨਾਂ ਨੇ ਜੋ ਕਾਨੂੰਨ ਪਾਸ ਕੀਤੇ ਨੇ ਕਿਸਾਨਾਂ ਲਈ ਉਹਨਾਂ ਨੂੰ ਵਾਪਸ ਲੈ ਸਕਦੇ ਨੇ। ਮੈਨੂੰ ਲੱਗਿਆ ਕਿ ਕੋਈ ਵਿਅਕਤੀ ਕਿਸੇ ਨੂੰ ਵੀ ਮਨਾ ਕਰ ਸਕਦਾ ਹੈ, ਪਰ ਆਪਣੀ ਮਾਂ ਨੂੰ ਨਹੀਂ। ਉਹ ਤੁਹਾਡਾ ਕਹਿਣਾ ਨਹੀਂ ਟਾਲਣਗੇ। ਦੱਸ ਦੇਈਏ ਕਿ ਹਰਪ੍ਰੀਤ ਸਿੰਘ ਉਹੀ ਨੌਜਵਾਨ ਹੈ ਜਿਸ ਨੂੰ ਬੀਤੇ ਦਿਨੀ ਸ਼ਿਮਲਾ 'ਚ ਪੁਲਿਸ ਵੱਲੋਂ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਖੇਤੀ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 3 ਦੋਸਤ ਸ਼ਿਮਲਾ ਗਏ ਸੀ ਜੀ। ਸਾਡਾ ਇਹ ਜਿਹੜਾ ਜਾਣ ਦਾ ਪਲਾਨ ਸੀ ਉਹਦੇ ਬਾਰੇ ਮੈਂ ਥੋੜ੍ਹੀ ਬੈਕ ਜ਼ਰੂਰ ਦੱਸ ਦੇਣਾ ਚਾਹੁੰਦਾ। ਅਸੀਂ ਪੂਰੇ ਦੇਸ਼ ਦੀਆਂ ਕੈਪੀਟਲ ਤੇ ਯੂਨਿਟ ਟੈਰੀਟਰੀ ਕਵਰ ਕਰਾਂਗੇ, ਕਿਉਂਕਿ ਜੋ ਗੋਦੀ ਮੀਡੀਆ ਤੇ ਸਰਕਾਰੀ ਮਸ਼ੀਨਰੀ ਤੇ RSS ਦੁਆਰਾ ਇੱਕ ਪ੍ਰੋਪੋਗੰਡਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਇਹ ਲੋਕ ਦਿੱਲੀ ਬੈਠੇ ਨੇ ਇਹ ਪੰਜਾਬ ਦੇ ਲੋਕ ਨੇ ਤੇ ਖਾਲਿਸਤਾਨ ਦੀ ਮੰਗ ਕਰ ਰਹੇ ਨੇ। ਤੇ ਅਸੀਂ ਚਾਹੁੰਦੇ ਸੀ ਕਿ ਜਿਹੜਾ ਇਹ ਮੀਡੀਆ ਹੈ ਸੱਚ ਦੀ ਆਵਾਜ਼ ਸਾਡੀ ਦੇਸ਼ ਤੱਕ ਨਹੀਂ ਪਹੁੰਚਾ ਰਿਹਾ, ਤਾਂ ਸਾਨੂੰ ਥਾਂ-ਥਾਂ ਤੇ ਜਾ ਕੇ ਪ੍ਰਚਾਰ ਕਰਨਾ ਚਾਹੀਦਾ ਹੈ। ਤਾਂ ਫਿਰ ਅਸੀਂ ਸੋਚਿਆ ਕਿ ਅਸੀਂ ਪੂਰੇ ਦੇਸ਼ ਦੀਆਂ ਕੈਪੀਟਲਸ ਤੇ ਯੂਨਿਟ ਟੈਰੀਟਰੀ 'ਚ ਜਾਵਾਂਗੇ ਤੇ ਉੱਥੋਂ ਦੇ ਲੋਕਲ ਮੀਡੀਆ ਨੂੰ ਮੁਖਾਤਿਬ ਹੋ ਕੇ ਉਹਨਾਂ ਨੂੰ ਦੱਸਾਂਗੇ ਕਿ ਜਿਹੜਾ ਉਸ ਅੰਦੋਲਨ ਦੇ ਵਿੱਚ ਲੋਕ ਬੈਠੇ ਹੈ ਉਹ ਪੂਰੇ ਦੇਸ਼ ਤੋਂ ਬੈਠੇ ਹੈ, ਸਾਰੇ ਧਰਮਾਂ ਦੇ ਲੋਕ ਬੈਠੇ ਹੈ, ਨਾ ਕਿ ਉਹ ਪੰਜਾਬ ਜਾਂ ਹਰਿਆਣਾ ਦੇ ਕਿਸਾਨ ਬੈਠੇ ਹੈ। ਕਿਉਂਕਿ ਜੋ ਇਹ ਪ੍ਰੋਪੋਗੰਡਾ ਕੀਤਾ ਜਾ ਰਿਹਾ ਉਹ ਬਿਲਕੁਲ ਨਿਰਾਧਾਰ ਹੈ ਤੇ ਉਹਦਾ ਕੋਈ ਆਧਾਰ ਨਹੀਂਗਾ। ਤੇ ਜਿਹੜੀ ਸ਼ਿਮਲੇ ਵਾਲਾ ਇਨਸੀਡੈਂਟ ਹੈ ਜੀ ਉਹ ਪੂਰੇ ਦੇਸ਼ ਨੇ ਪਰਸੋਂ ਦੇਖਿਆ। ਅਸੀਂ ਉੱਥੇ ਆਪਣੇ ਇਸ ਅੰਦੋਲਨ ਦੀ ਆਵਾਜ਼ ਲੈ ਕੇ ਗਏ ਸੀ ਕਿ ਪੂਰੇ ਦੇਸ਼ ਦੇ ਜਿਹੜੇ ਕਿਸਾਨ ਉੱਥੇ ਬੈਠੇ ਹੈ, ਜੇ ਸਾਡੀ ਸਰਕਾਰ ਗੱਲ ਨਹੀਂ ਸੁਣ ਰਹੀ ਤਾਂ ਸਾਨੂੰ ਆਪਣੇ ਲੋਕਾਂ ਵਿੱਚ ਜਾਣਾ ਚਾਹੀਦਾ, ਲੋਕਾਂ ਦੀ ਕਚਹਿਰੀ 'ਚ ਜਾਣਾ ਚਾਹੀਦਾ। ਜੋ ਸਾਨੂੰ ਉੱਥੇ ਸਾਡੇ ਕਿਸਾਨਾਂ ਦੀ ਆਵਾਜ਼ ਨਹੀਂ ਰੱਖਣ ਦਿੱਤੀ ਗਈ ਤੇ ਸਾਨੂੰ ਅਰੈਸਟ ਕੀਤਾ ਗਿਆ ਜਬਰਨ ਤੇ ਸਾਡੇ ਤੇ ਕੇਸ ਵੀ ਦਰਜ ਕੀਤਾ ਤੇ ਅਸੀਂ ਉੱਥੋਂ SDM ਦੀ ਜਿਹੜੀ ਹੈਗੀ ਅਦਾਲਤ ਦੇ ਵਿੱਚੋਂ ਜ਼ਮਾਨਤ ਲੈ ਕੇ ਰਿਹਾ ਹੋ ਕੇ ਆਏ ਹਾਂ। ਤੇ ਦੂਸਰੀ ਗੱਲ, ਸਾਨੂੰ ਜਬਰਨ ਉੱਥੋਂ ਕੱਢਿਆ ਗਿਆ। ਕਹਿੰਦੇ ਜੀ ਤੁਸੀਂ ਹਿਮਾਚਲ ਦੇ ਵਿੱਚ ਨਹੀਂ ਰਹਿ ਸਕਦੇ, ਤੁਹਾਨੂੰ ਅਸੀਂ ਜਿਹੜੀ ਜਬਰਨ ਸਾਨੂੰ ਪੁਲਿਸ ਰਾਹੀਂ ਉੱਥੋਂ ਧੱਕਿਆ ਗਿਆ ਤੇ ਜਿਹੜਾ ਕਿ ਸਾਡੇ ਲੋਕਤੰਤਰ ਦਾ ਘਾਣ ਕੀਤਾ ਗਿਆ। ਲੋਕ ਜਿਹੜੇ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਗਈਆਂ। ਸੋ ਦੇਸ਼ ਵਾਸੀਓ, ਸਾਡੇ ਹੁਣ ਜਾਗਣ ਦਾ ਸਮਾਂ, ਕਿਉਂਕਿ ਜਿਹੜੀ ਸਰਕਾਰ ਅਸੀਂ ਇਲੈਕਟ ਕੀਤੀ ਹੈ ਇਹ ਹੁਣ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਇੱਕ ਲੋਕਤੰਤਰ ਦੇ ਪ੍ਰਾਈਮ ਮਿਨਿਸਟਰ ਨਹੀਂ ਰਹਿ ਗਏ, ਇਹ ਹੁਣ ਬਾਬਰ ਤੇ ਔਰੰਗਜ਼ੇਬ ਬਣ ਗਏ ਨੇ, ਜਿਹੜੇ ਸਾਡੇ ਤੇ ਫਰਮਾਨ ਜਾਰੀ ਕਰਦੇ ਨੇ। ਜਿਵੇਂ ਕਿ ਇਹਨਾਂ ਨੇ ਡੀਮੋਨੀਟਾਈਜੇਸ਼ਨ ਕੀਤੀ, GST ਲਾਗੂ ਕੀਤਾ, CA ਧਾਰਾ 370 ਤੇ ਹੁਣ 3 ਕਾਲੇ ਕਾਨੂੰਨ। ਇਹ ਕਿਸੇ ਵੀ ਕਾਨੂੰਨ ਦਾ ਸਾਡੇ ਕਿਸੇ ਦੇਸ਼ ਵਾਸੀ ਨੂੰ ਕੋਈ ਫਾਇਦਾ ਨਹੀਂ ਹੋਇਆ। ਤੁਸੀਂ ਉੱਥੇ ਪ੍ਰੋਟੈਸਟ ਕਿੱਦਾਂ ਕਰ ਰਹੇ ਹੈਗੇ? ਕੀ ਤੁਸੀਂ ਉੱਥੇ ਕੋਈ ਨਾਰੇ ਗਲਤ ਲਾਏ ਸੀ ਕੋਈ ਖਾਲਿਸਤਾਨ ਦੇ, ਜਾਂ ਕੋਈ ਤੁਸੀਂ ਗਲਤ ਕਰ ਰਹੇ ਸੀ? ਦੇਖੋ ਜੀ, ਅਸੀਂ ਹਜੇ ਪਹੁੰਚੇ ਸੀ ਤੇ ਸਾਨੂੰ ਇਮੀਡੀਏਟ ਸਾਡੀ ਜਿਹੜੀ ਪੁਲਿਸ ਆ ਸਾਡਾ ਇੰਤਜ਼ਾਰ ਕਰ ਰਹੀ ਸੀ, ਕਿਉਂਕਿ ਉਹਨਾਂ ਨੂੰ ਕੋਈ ਮੀਡੀਆ ਰਾਹੀਂ ਜਾਂ ਖੁਫੀਆ ਏਜੰਸੀਆਂ ਰਾਹੀਂ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਅਸੀਂ ਇੱਥੇ ਪ੍ਰਚਾਰ ਕਰਨ ਲਈ ਆ ਰਹੇ ਹਾਂ। ਤੇ ਉਹਨਾਂ ਨੇ ਸਾਨੂੰ ਉੱਥੇ ਜਿੱਥੇ ਅਸੀਂ ਪ੍ਰੋਟੈਸਟ ਕਰਨਾ ਸੀ ਐਂਟਰ ਹੋਣ ਤੋਂ ਪਹਿਲਾਂ ਹੀ ਸਾਨੂੰ ਅਰੈਸਟ ਕਰ ਲਿਆ ਗਿਆ ਤੇ ਸਾਨੂੰ ਜਬਰਨ ਜਿਹੜਾ ਪੂਰਾ ਦਿਨ ਥਾਣੇ ਵਿੱਚ ਰੱਖਿਆ ਗਿਆ ਤੇ ਸਾਡੀ
ਇੰਟੈਰੋਗੇਸ਼ਨ ਕੀਤੀ ਗਈ। ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਕਿਉਂ ਆਏ ਹੋ, ਤੁਸੀਂ ਪੰਜਾਬ ਵਿੱਚ ਇਹ ਅੰਦੋਲਨ ਕਿਉਂ ਨਹੀਂ ਕਰਦੇ। ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡਾ ਦੇਸ਼ ਸਾਰਾ ਜਿਹੜਾ ਸਾਡਾ ਮੁਲਕ ਸਾਡਾ ਸਾਂਝਾ ਹੈ, ਅਸੀਂ ਕਿਤੇ ਵੀ ਜਿਹੜੀ ਲੋਕਤੰਤਰ ਵਿੱਚ ਆਪਣੀ ਆਵਾਜ਼ ਰੱਖ ਸਕਦੇ ਹਾਂ, ਬਟ ਸਾਡੀ ਆਵਾਜ਼ ਨੂੰ ਬੀਜੇਪੀ ਸਰਕਾਰ ਦੁਆਰਾ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਹ ਜਿਹੜੀ ਸਾਡੀ ਆਵਾਜ਼ ਹੈ ਉਹ ਕੋਈ ਵੀ ਨਹੀਂ ਦਬਾ ਸਕਦਾ, ਕਿਉਂਕਿ ਹੁਣ ਪੂਰਾ ਦੇਸ਼ ਇਕਜੁੱਟ ਹੋ ਚੁੱਕਾ ਹੈ ਤੇ ਅਸੀਂ ਜਿਹੜੇ ਸਾਰੇ ਦੇਸ਼ ਦੇ ਲੋਕ ਨੇ ਉਹ ਸਾਡੇ ਨਾਲ ਨੇ ਜੀ। ਤੁਸੀਂ ਹੋਰ ਵੀ ਕਈ ਥਾਵਾਂ ਦੇ ਉੱਤੇ ਗਏ ਹੈਗੇ ਹੋ, ਪ੍ਰੋਟੈਸਟ ਕੀਤਾ? ਹਾਂਜੀ, ਅਸੀਂ ਜੈਪੁਰ, ਚੰਡੀਗੜ੍ਹ ਗਏ ਹਾਂ ਜੀ, ਤੇ ਲਖਨਊ 'ਚ ਵੀ ਸਾਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਮੁੜ ਕੇ ਸਾਨੂੰ ਸ਼ਿਮਲਾ ਵਿੱਚ ਜੀ। ਤੁਸੀਂ ਸ਼ਿਮਲੇ 'ਚ ਕਿਹੜੇ ਥਾਣੇ 'ਚ ਰਹੇ ਤੇ ਕਿਹੜੇ ਲੈਵਲ ਤੱਕ ਦੇ ਅਧਿਕਾਰੀ ਉਦੋਂ ਮੌਕੇ ਤੇ ਸੀਗੇ? ਸਾਡੇ ਕੋਲੇ ਜੀ ਸਾਨੂੰ ਸਦਰ ਥਾਣਾ ਵਿੱਚ ਲੈ ਕੇ ਗਏ ਜੀ। ਉੱਥੇ ਐਸਪੀ ਜੋ ਆਪਣੇ ਪੰਜਾਬ ਦੇ ਵਿੱਚ ਐਸਐਸਪੀ ਹੁੰਦਾ, ਉਹਨਾਂ ਦੇ ਐਸਪੀ ਹੁੰਦਾ, ਉਹ ਆਈਪੀਐਸ ਅਫਸਰ ਉੱਥੇ ਮੌਜੂਦ ਸੀਗੇ ਤੇ ਉਹਨਾਂ ਨੇ ਸਾਡੇ ਨਾਲ ਬਹੁਤ ਤਰ੍ਹਾਂ ਦੇ ਸਵਾਲ ਕੀਤੇ ਤੇ ਸਾਨੂੰ ਬਹੁਤ ਤਰੀਕੇ ਨਾਲ ਜਲੀਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਮੈਂ ਸਾਰੇ ਮੀਡੀਆ ਤੁਹਾਡੇ ਰਾਹੀਂ ਦੱਸ ਦੇਣਾ ਚਾਹੁੰਦਾ ਕਿ ਦੇਸ਼ ਦਾ ਕਿਸਾਨ ਹੈ ਜਿਹੜਾ ਜਾ ਚੁੱਕਾ ਹੈ, ਇਹ ਹੁਣ ਦਬਣ ਵਾਲਾ ਨਹੀਂ ਹੈ ਨਾ ਸਰਕਾਰੀ ਜਿਹੜੀਆਂ ਏਜੰਸੀਆਂ ਦੇ ਡਰਾਵਿਆਂ ਨਾਲ। ਤੇ ਸਾਨੂੰ ਹੁਣ ਵੀ ਕਈ ਤਰ੍ਹਾਂ ਦੀ ਏਜੰਸੀਆਂ ਦੇ ਫੋਨ ਆ ਰਹੇ ਨੇ ਕਿ ਤੁਸੀਂ ਕਿੱਥੇ ਹੋ, ਅਗਲਾ ਤੁਹਾਡਾ ਪ੍ਰੋਗਰਾਮ ਕੀ ਹੈ। ਬਟ ਅਸੀਂ ਪੂਰੇ ਆਪਦੇ ਦੇਸ਼ ਦਾ ਜਿਹੜਾ ਅਸੀਂ ਬੀੜਾ ਚੁੱਕਿਆ ਜਾਣਦਾ ਉਹ ਅਸੀਂ ਕਰਕੇ ਪ੍ਰੋਗਰਾਮ ਫੇਰ ਹਟਾਂਗੇ, ਅਦਰਵਾਈਜ਼ ਨਹੀਂ। ਪ੍ਰਚਾਰ ਕੀ ਕਰ ਰਹੇ ਹੈਗੇ ਹੋ? ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਜਿਹੜਾ ਅੰਦੋਲਨ ਹੈ ਇਹ ਇੱਕ ਸ਼ਾਂਤਮਈ ਅੰਦੋਲਨ ਹੈ। ਇਹ ਇੱਕ ਇੱਦਾਂ ਦਾ ਅੰਦੋਲਨ ਹੈ ਜਿਹੜਾ ਕਿ ਸਦੀ 'ਚ ਵਾਰ-ਵਾਰ ਖੜਾ ਨਹੀਂ ਹੁੰਦਾ। ਇਹ ਜਿਹੜਾ ਇਹਦਾ ਵਰਲਡ ਦਾ ਮੀਡੀਆ ਜਿਹੜਾ ਇਹਨੂੰ ਕਵਰ ਕਰ ਰਿਹਾ, ਜਿਨ੍ਹਾਂ ਦੀ ਚਰਚਾ ਪੂਰੇ ਵਰਲਡ ਵਿੱਚ ਹੋ ਰਹੀ ਹੈ। ਤੇ ਜਿਹੜਾ ਇਹ ਅੰਦੋਲਨ ਹੈ ਇਹ ਇੱਕ ਸਭ ਧਰਮਾਂ ਦਾ ਤੇ ਸਭ ਸਟੇਟਸ ਦਾ, ਇਹ ਕਿਸੇ ਪਾਰਟੀਕੂਲਰ ਇੱਕ ਸਟੇਟ ਦਾ ਜਾਂ ਇੱਕ ਖਾਸ ਧਰਮ ਦਾ ਨਹੀਂ ਹੈ। ਤੁਸੀਂ ਮੰਨਦੇ ਹੋ ਕਿ ਜਿਹੜੇ ਖੇਤੀ ਕਾਨੂੰਨ ਹੈ ਉਹ ਕੇਂਦਰ ਸਰਕਾਰ ਉਹਦੇ ਵੱਲ ਦੇਖ ਨਹੀਂ ਰਹੀ, ਕਿਉਂਕਿ ਲੰਬਾ ਸਮਾਂ ਹੋ ਗਿਆ ਸੰਘਰਸ਼ ਜਿਹੜਾ ਲੰਬਾ ਹੋ ਰਿਹਾ? ਦੇਖੋ ਜੀ, ਇਹ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ, ਜਿਹੜੇ ਸਾਡੇ ਮੋਦੀ ਜੀ ਨੇ ਇਹ ਇੱਕ ਰਾਜਾਸ਼ਾਹੀ ਸਾਡੇ ਤੇ ਫਰਮਾਨ ਜਾਰੀ ਕਰਦੇ ਨੇ। ਇਹ ਇੱਕ ਹੰਕਾਰੀ ਹੋਈ ਸਰਕਾਰ ਹੈ, ਅੰਨੀ ਤੇ ਬੋਲੀ ਸਰਕਾਰ ਹੈ, ਜਿਨ੍ਹਾਂ ਨੂੰ ਲੱਖਾਂ ਲੋਕ ਸੜਕਾਂ ਤੇ ਬੈਠੇ ਨਹੀਂ ਦੇਖ ਰਹੇ। ਕਿਉਂਕਿ ਜਿਹੜੀ ਇਹ ਸਰਕਾਰ ਹੈ, ਮੋਸਟ ਇੰਪੋਰਟੈਂਟ ਗੱਲ ਇਹ ਹੈ, ਇਹ ਕਾਰਪੋਰੇਟ ਦੁਆਰਾ ਬਣਾਈ ਗਈ ਹੈ। ਇਹ ਉਹਨਾਂ ਲਈ ਕੰਮ ਕਰ ਰਹੀ ਹੈ। ਸਰਕਾਰਾਂ ਤਾਂ ਹੁੰਦੀਆਂ ਕਿ ਲੋਕਾਂ ਦੇ ਵੈਲਫੇਅਰ ਲਈ, ਬਟ ਇਹ ਜਿਹੜੀ ਕਾਰਪੋਰੇਟਸ ਲਈ ਵੈਲਫੇਅਰ ਕਰ ਰਹੀ ਹੈ। ਸਾਡੀ ਇਹ ਗੱਲ ਸੁਣਨ ਨੂੰ ਤਿਆਰ ਨਹੀਂ। ਪਰ ਸਾਡੇ ਕੋਲ ਇੱਕੋ ਇੱਕ ਤਰੀਕਾ ਹੈ ਇਸ ਸਰਕਾਰ ਦੀ ਅੱਖਾਂ ਖੋਲ੍ਹਣ ਦਾ, ਉਹ ਹੈ ਸ਼ਾਂਤਮਈ ਅੰਦੋਲਨ। ਅਸੀਂ ਪੂਰੇ ਦੇਸ਼ ਵਾਸੀਆਂ ਨੇ ਇਸ ਅੰਦੋਲਨ ਦਾ ਸਾਥ ਦੇਣਾ ਹੈ ਤੇ ਇਸ ਅੰਦੋਲਨ ਵਿੱਚ ਜਿੱਤ ਸਾਡੀ ਪੱਕੀ ਹੈ। ਇਹਦੇ ਬਹੁਤ ਸਾਰੇ ਅੰਦੋਲਨ ਦੇ ਚੰਗੇ ਹੈ ਜਿਹੜੇ परिणाम ਸਾਨੂੰ ਮਿਲ ਚੁੱਕੇ ਹੈ, ਕਿਉਂਕਿ ਜਿਹੜੇ ਦੇਸ਼ ਦੇ ਲੋਕ ਆ ਉਹ ਸਾਰੇ ਇਕਜੁੱਟ ਹੋ ਚੁੱਕੇ ਹੈ। ਸਾਰੇ ਧਰਮ ਜਿਹੜੇ ਹੈ ਉਹ ਸਾਡੇ ਇੱਕ ਦੂਜੇ ਦਾ ਸਤਿਕਾਰ ਕਰਨ ਲੱਗ ਪਏ ਹੈ। ਤੇ ਇੱਕ ਹੋਰ ਇਹਦੇ 'ਚ ਮੈਂ ਗੱਲ ਕਹਿਣੀ ਚਾਹੁੰਦਾ, ਇਹ ਜਿਹੜੇ ਮੋਦੀ ਜੀ ਹੈ, ਇਹ ਜਿਹੜਾ ਸਾਡਾ ਦੇਸ਼ ਹੈ ਪੂੰਜੀਪਤੀਆਂ ਨੂੰ ਦੇ ਦੇਣਾ ਚਾਹੁੰਦੇ ਹੈ ਤੇ ਦੇਸ਼ ਨੂੰ ਇੱਕ ਕਰਨਾ ਚਾਹੁੰਦੇ ਹੈ। ਇਹ ਹਿੰਦੂਇਜ਼ਮ ਕਰਨਾ ਚਾਹੁੰਦੇ ਹੈ, ਜਿਹੜੀ ਸਾਡੇ ਦੇਸ਼ ਦੀ ਖੂਬਸੂਰਤੀ ਹੈ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਇਹ ਸੈਕੂਲਰ ਦੇਸ਼ ਸੀ, ਅੱਜ ਵੀ ਇਹ ਸੈਕੂਲਰ ਹੈ। ਤੇ ਅਸੀਂ ਜਿਹੜੀ ਇਹਦੀ ਵਿਭਿੰਨਤਾ ਡਾਇਵਰਸਿਟੀ ਹੈ, ਅਸੀਂ ਉਹੀ ਚਾਹੁੰਦੇ ਹਾਂ, ਉਹੀ ਇਹ ਦੇਸ਼ ਦੀ ਖੂਬਸੂਰਤੀ ਹੈ। ਦੇਸ਼ ਵਾਸੀਓ, ਜੇ ਤੁਸੀਂ ਅੱਜ ਨਾ ਜਾਗੇ ਤੇ ਆਉਣ ਵਾਲੇ ਵਕਤ ਨੇ ਸਾਨੂੰ ਮਾਫ ਨਹੀਂ ਕਰਨਾ। ਇਸ ਅੰਦੋਲਨ ਦਾ ਵੱਧੋ ਵੱਧ ਤੁਸੀਂ ਸਾਥ ਦਿਓ। ਤੁਸੀਂ ਕੋਈ ਲੈਟਰ ਵੀ ਤੁਸੀਂ ਲਿਖੀ? ਥੋੜਾ ਇੱਕ ਮਿੰਟ ਮੈਨੂੰ ਵੀ ਲਿਖੀ ਹੈ ਮੋਦੀ ਪਰਿਵਾਰ ਨੂੰ, ਕਿਹਨੂੰ ਲਿਖੀ ਹੈ? ਦੇਖੋ ਜੀ, ਜਿਹੜੀਆਂ ਮੋਦੀ ਨੂੰ ਲੈਟਰ ਲਿਖੀਆਂ ਜਾਂਦੀਆਂ ਉਹ ਉੱਥੇ ਪੜ੍ਹੀਆਂ ਨਹੀਂ ਜਾਂਦੀਆਂ, ਉਹਨਾਂ ਦੇ ਕੋਈ ਜਵਾਬ ਨਹੀਂ ਦਿੱਤੇ ਜਾਂਦੇ। ਸਾਡੇ ਦੇਸ਼ ਦੀ ਇੱਕ ਸੰਸਕ੍ਰਿਤੀ ਹੈ, ਜਦੋਂ ਕੋਈ ਬੱਚਾ ਸਮਾਜ ਦੇ ਵਿੱਚ ਐਸਾ ਕੰਮ ਕਰਦਾ ਜਿਹੜਾ ਸਮਾਜ ਲਈ ਠੀਕ ਨਹੀਂ ਹੁੰਦਾ ਤਾਂ ਉਹਦੀ ਕੰਪਲੇਂਟ ਉਹਦੇ ਮਾਤਾ ਪਿਤਾ ਨੂੰ ਕੀਤੀ ਜਾਂਦੀ ਹੈ। ਮੋਦੀ ਸਰਕਾਰ ਨੇ, ਸਾਡੇ ਪ੍ਰਾਈਮ ਮਿਨਿਸਟਰ ਨੇ 6.5 ਸਾਲਾਂ ਦੇ ਆਪਦੇ ਕਾਰਜਕਾਲ ਦੌਰਾਨ ਕੋਈ ਐਸਾ ਕੰਮ ਨਹੀਂ ਕੀਤਾ ਜਿਹੜਾ ਸਾਡੇ ਦੇਸ਼ ਦੀ ਜਨਤਾ ਲਈ ਲਾਭਬੰਦ ਹੋਏ। तो असी सोचा लोग ਜਿਹੜੇ ਮੋਦੀ ਤੋਂ ਬਹੁਤ ਪਰੇਸ਼ਾਨ ਸੀ, ਦੁਖੀ ਸੀ। ਅਸੀਂ ਸੋਚਿਆ ਕਿਉਂ ਨਾ ਉਹਨਾਂ ਦੀ ਮਾਤਾ ਨੂੰ ਕੰਪਲੇਂਟ ਕੀਤੀ ਜਾਏ, ਕਿਉਂਕਿ ਜਦੋਂ ਵੀ ਉਹ ਆਪਣੇ ਮਾਤਾ ਕੋਲ ਜਾਂਦੇ ਆ, ਬਹੁਤ ਸਾਰੇ ਮੀਡੀਆ ਨਾਲ ਜਾਂਦੇ ਆ ਤੇ ਇਹ ਪ੍ਰੈਜ਼ੈਂਟ ਕਰਦੇ ਆ ਕਿ ਉਹ ਆਪਦੇ ਮਾਤਾ ਦੀ ਬਹੁਤ ਇੱਜ਼ਤ ਕਰਦੇ ਆ। ਚਲੋ ਅਸੀਂ ਮੰਨ ਲੈਂਦੇ ਆ ਕਿ ਉਹ ਬਹੁਤ ਇੱਜ਼ਤ ਕਰਦੇ ਆ, ਅਸੀਂ ਵੀ ਕਰਦੇ ਆ, ਸਭ ਨੂੰ ਕਰਨੀ ਚਾਹੀਦੀ ਹੈ। ਪਰ ਅਸੀਂ ਉਹਨਾਂ ਦੇ ਮਾਤਾ ਨੂੰ ਲੈਟਰ ਲਿਖਣ ਦਾ ਖਿਆਲ ਸਾਡੇ ਦਿਲ 'ਚ ਇਸ ਲਈ ਆਇਆ ਕਿ ਉਹ ਆਪਦੇ ਮਾਤਾ ਦੀ ਇੱਜ਼ਤ ਕਰਦੇ ਆ, ਉਹਦੇ ਮਾਤਾ ਦੀ ਗੱਲ ਜ਼ਰੂਰ ਮੰਨਣਗੇ। ਤਾਂ ਅਸੀਂ ਉਹਨਾਂ ਨੂੰ ਜਿਹੜਾ ਇਹ ਜ਼ਿਕਰ ਕੀਤਾ ਕਿ ਜਿਹੜੇ 3 ਕਾਲੇ ਕਾਨੂੰਨ ਪਾਸ ਕੀਤੇ ਗਏ, ਮਾਤਾ ਜੀ ਉਹ ਦੇਸ਼ ਵਾਸੀਆਂ ਦੇ ਜਿਹੜੇ ਹੈਗੇ ਲਈ ਲਾਹੇਵੰਦ ਨਹੀਂ ਗਏ, ਕਿ ਉਹਨਾਂ ਦਾ ਸਾਨੂੰ ਫਾਇਦਾ ਨਹੀਂ। ਤੇ ਤੁਸੀਂ ਪਲੀਜ਼ ਉਹਨਾਂ ਨੂੰ ਕਹੋ, ਕਿਉਂਕਿ ਮਾਂ ਤਾਂ ਆਪਦੇ ਬੱਚੇ ਦਾ ਕੰਨ ਫੜ ਕੇ ਵੀ ਹੁਕਮ ਦੇ ਸਕਦੀ ਹੈ। ਤੇ ਤੁਸੀਂ ਇਹ ਜਿਹੜੇ 3 ਕਾਲੇ ਕਾਨੂੰਨ ਰੱਦ ਕਰੋ ਤੇ ਜਿਹੜੀ ਜਨਤਾ ਉੱਥੇ ਅੱਜ ਅੰਦੋਲਨ ਵਿੱਚ ਪਰੇਸ਼ਾਨ ਹੈ ਉਹ ਆਪਦਾ ਘਰ ਵਾਪਸ ਖੁਸ਼ੀ-ਖੁਸ਼ੀ ਚਲੀ ਜਾਏ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੈਗੇ ਹੋ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਤੇ ਮੈਂ ਪਿੰਡ ਗੋਲੂ ਕਮੋੜ ਡਿਸਟ੍ਰਿਕਟ ਫਿਰੋਜ਼ਪੁਰ ਦਾ ਰਹਿਣ ਵਾਲਾ ਹਾਂ ਜੀ। ਇਹ ਨੌਜਵਾਨ ਜ਼ਮਾਨਤ ਲੈ ਕੇ ਆਪਣੇ ਸਾਥੀਆਂ ਸਣੇ ਫਿਰੋਜ਼ਪੁਰ ਪਹੁੰਚਿਆ। ਖੇਤੀ ਕਾਨੂੰਨਾਂ ਖਿਲਾਫ ਹਰ ਵਰਗ ਡਟਿਆ ਹੋਇਆ ਹੈ। ਬੀਤੇ ਦਿਨੀ ਕੁਝ ਕਿਸਾਨਾਂ ਵੱਲੋਂ ਦਿੱਲੀ ਮੈਟਰੋ ਤੇ ਹਵਾਈ ਜਹਾਜ਼ 'ਚ ਵੀ ਖੇਤੀ ਕਾਨੂੰਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।